ਅੱਜ ਦਾ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਇਹ ਕਲਾਸ 6ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। ਡੈਸੀਮਲ ਟੌਪਿਕ ਦਸ਼ਮਲਵ ਜਿਹੜਾ ਸਾਡੇ ਕੋਲ ਅਧਿਆਇ ਹੈ 6ਵੀਂ ਕਲਾਸ ਦਾ ਗਣਿਤ ਦਾ, ਉਹਦੇ ਤੇ ਬੇਸਡ ਆਪਾਂ ਕੁਝ ਸਵਾਲ ਜਿਹੜੇ ਉਹ ਹੱਲ ਕਰਾਂਗੇ। ਅੱਜ ਸਾਡਾ ਜਿਹੜਾ ਵਿਸ਼ਾ ਰਹੇਗਾ ਉਹ ਦਸ਼ਮਲਵ ਸੰਖਿਆਵਾਂ ਦੀ ਘਟਾਓ ਰਹੇਗਾ ਕਿ ਕਿਵੇਂ ਅਸੀਂ ਇੱਕ ਦਸ਼ਮਲਵ ਸੰਖਿਆ ਦੇ ਵਿੱਚੋਂ ਦੂਸਰੀ ਦਸ਼ਮਲਵ ਸੰਖਿਆ ਨੂੰ ਘਟਾ ਸਕਦੇ ਹਾਂ, ਜਾਂ ਘਟਾਉਣ ਵੇਲੇ ਕਿਹੜੀਆਂ-ਕਿਹੜੀਆਂ ਚੀਜ਼ਾਂ, ਕਿਹੜੇ-ਕਿਹੜੇ ਨੁਕਤੇ ਨੇ, ਕਿਹੜੇ-ਕਿਹੜੇ ਪੁਆਇੰਟ ਨੇ ਜਿਹੜੇ ਅਸੀਂ ਧਿਆਨ ਦੇ ਵਿੱਚ ਰੱਖਣੇ ਨੇ, ਉਹ ਅਸੀਂ ਅੱਜ ਦੇ ਇਸ ਲੈਸਨ ਵਿੱਚ ਡਿਸਕਸ ਕਰਾਂਗੇ। ਠੀਕ ਹੈ ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀ ਨੋਟਬੁੱਕ ਪੈਨ ਵਗੈਰਾ ਆਪਣੇ ਕੋਲ ਜ਼ਰੂਰ ਰੱਖ ਲਏ ਹੋਣਗੇ ਤਾਂ ਕਿ ਹਰ ਇੱਕ ਪੁਆਇੰਟ ਨੂੰ, ਹਰ ਇੱਕ ਸਵਾਲ ਨੂੰ ਤੁਸੀਂ ਨੋਟ ਵੀ ਕਰ ਸਕੋ ਤੇ ਸਵਾਲ ਜਿਹੜੇ ਮੇਰੇ ਨਾਲ ਹੱਲ ਵੀ ਕਰ ਸਕੋ। ਠੀਕ ਹੈ ਵਿਦਿਆਰਥੀਓ, ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਸੋ ਵਿਦਿਆਰਥੀਓ, ਜਿਵੇਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ, ਸਾਡੇ ਕੋਲ ਇੱਕ ਸਵਾਲ ਹੈ ਕਿ 2.58 ਵਿੱਚੋਂ 1.32 ਘਟਾਓ। ਤੋ ਇਹਦੇ ਲਈ ਅਸੀਂ ਕੀ ਕਰਾਂਗੇ? ਦੇਖੋ, ਜਿਹੜੀਆਂ ਸਾਡੇ ਕੋਲ ਦੋਨੋਂ ਸੰਖਿਆਵਾਂ ਦਿੱਤੀਆਂ ਹੋਈਆਂ ਨੇ, ਇਹਦੇ ਵਿੱਚ ਜਿਹੜੇ ਅੰਕ ਨੇ ਸਾਡੇ ਕੋਲ, ਜਿਵੇਂ 1.32 ਦੇ ਵਿੱਚ ਜਿਹੜਾ ਇੱਕ ਅੰਕ ਹੈ ਇਹ ਸਾਡੇ ਕੋਲ ਇਕਾਈ ਦਾ ਅੰਕ ਹੈ, 3 ਸਾਡੇ ਕੋਲ 10ਵਾਂ ਅੰਕ ਹੈ ਅਤੇ 2 ਸਾਡੇ ਕੋਲ 100ਵਾਂ ਅੰਕ ਹੈ। ਇਸੇ ਤਰ੍ਹਾਂ ਇੱਧਰ ਸਾਡੇ ਕੋਲ 2 ਇਕਾਈ ਦਾ ਅੰਕ ਹੈ, 5 ਸਾਡੇ ਕੋਲ 10ਵਾਂ ਅੰਕ ਹੈ ਤੇ 8 ਜਿਹੜਾ ਉਹ 100ਵਾਂ ਅੰਕ ਹੈ। ਤੋ ਜਦੋਂ ਵੀ ਅਸੀਂ ਸੰਖਿਆ ਦੀ ਘਟਾਓ ਕਰਨੀ ਹੈ ਤਾਂ ਬਿਲਕੁਲ ਉਸੇ ਢੰਗ ਦੇ ਨਾਲ ਜਿਵੇਂ ਅਸੀਂ ਜੋੜ ਕਰਦੇ ਸੀ, ਉਸੇ ਢੰਗ ਦੇ ਨਾਲ ਅਸੀਂ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਨੇ। ਇਕਾਈ ਦਾ ਅੰਕ ਇੱਥੇ ਮੈਂ ਲਿਖ ਲੈਣਾ, ਫਿਰ 10ਵਾਂ ਤੇ ਫਿਰ 100ਵਾਂ। ਠੀਕ ਹੈ, ਤੋ ਇਕਾਈ ਦੇ ਅੰਕ ਦੇ ਥੱਲੇ ਇੱਥੇ ਮੈਂ 2 ਲਿਖ ਲੈਣਾ, 10ਵਾਂ ਮੇਰੇ ਕੋਲ ਜਿਹੜੀ ਪਹਿਲੀ ਸੰਖਿਆ ਦੇ ਵਿੱਚ 5 ਹੈ ਔਰ 100ਵਾਂ 8 ਹੈ। ਇਸੇ ਢੰਗ ਦੇ ਨਾਲ ਦੂਸਰੀ ਸੰਖਿਆ ਦੇ ਵਿੱਚ ਜਿਹੜਾ ਇਕਾਈ ਦਾ ਅੰਕ ਹੈ ਉਹ 1 ਹੈ ਔਰ 10ਵਾਂ ਸਾਡੇ ਕੋਲ ਜਿਹੜਾ 3 ਹੈ ਤੇ 100ਵਾਂ ਜਿਹੜਾ ਅੰਕ ਹੈ ਉਹ ਸਾਡੇ ਕੋਲ 2 ਹੈ। ਤੋ ਜਦੋਂ ਅਸੀਂ ਇਹਨਾਂ ਦੀ ਘਟਾਓ ਜਿਹੜੀ ਕਰਾਂਗੇ ਤਾਂ 100ਵੇਂ ਅੰਕ ਦੇ ਵਿੱਚੋਂ ਅਸੀਂ 100ਵਾਂ ਅੰਕ ਜਿਹੜਾ ਮਾਈਨਸ ਕਰਾਂਗੇ, ਫਿਰ 10ਵੇਂ ਦੇ ਵਿੱਚੋਂ 10ਵਾਂ ਅੰਕ ਮਾਈਨਸ ਕਰਾਂਗੇ, ਇਸੇ ਤਰ੍ਹਾਂ ਇਕਾਈ ਦੇ ਅੰਕ ਦੇ ਵਿੱਚੋਂ ਇਕਾਈ ਦਾ ਅੰਕ ਮਾਈਨਸ ਕਰਾਂਗੇ। ਇਕਾਈ ਅਤੇ 10ਵੇਂ ਦੇ ਵਿਚਕਾਰ ਸਾਡੇ ਕੋਲ ਜਿਹੜਾ ਇੱਥੇ ਦਸ਼ਮਲਵ ਆਏਗਾ। ਤੋ 100ਵੇਂ ਦੇ ਵਿੱਚ ਆਪਾਂ ਕਰ ਸਕਦੇ ਹਾਂ 8 ਦੇ ਵਿੱਚੋਂ ਜਦੋਂ ਅਸੀਂ 2 ਨੂੰ ਘਟਾਵਾਂਗੇ ਤਾਂ ਇਹ ਸਾਡੇ ਕੋਲ ਜਿਹੜਾ 6 ਬਣ ਜਾਏਗਾ। 5 ਦੇ ਵਿੱਚੋਂ 3 ਨੂੰ ਜਦੋਂ ਅਸੀਂ ਘਟਾਵਾਂਗੇ ਸਾਡੇ ਕੋਲ 2 ਬਣ ਜਾਏਗਾ ਔਰ 2 ਦੇ ਵਿੱਚੋਂ ਜਦੋਂ ਅਸੀਂ 1 ਨੂੰ ਘਟਾਵਾਂਗੇ ਇਹ ਸਾਡੇ ਕੋਲ 1 ਬਣ ਜਾਏਗਾ। ਕਹਿਣ ਦਾ ਭਾਵ ਹੈ ਕਿ ਉੱਤਰ ਦੇ ਵਿੱਚ ਸਾਡੇ ਕੋਲ ਇਕਾਈ ਦਾ ਅੰਕ ਜਿਹੜਾ ਉਹ 1 ਹੈ, 10ਵਾਂ ਅੰਕ ਸਾਡੇ ਕੋਲ 2 ਹੈ ਤੇ ਜਿਹੜਾ 100ਵਾਂ ਅੰਕ ਹੈ ਉਹ ਸਾਡੇ ਕੋਲ 6 ਹੈ। ਤੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ 2.58 ਵਿੱਚੋਂ ਜਦੋਂ ਅਸੀਂ ਮਾਈਨਸ ਕਰਾਂਗੇ, ਜਦੋਂ ਘਟਾਵਾਂਗੇ 1.32 ਨੂੰ, ਤਾਂ ਸਾਡੇ ਕੋਲ ਜਿਹੜਾ ਉੱਤਰ ਹੈ ਉਹ 1.26 ਪ੍ਰਾਪਤ ਹੁੰਦਾ ਹੈ। ਠੀਕ ਹੈ ਵਿਦਿਆਰਥੀਓ, ਤੋਂ ਇਸੇ ਢੰਗ ਦੇ ਨਾਲ ਆਪਾਂ ਚੀਜ਼ਾਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਦੇ ਹੋਏ ਜਿੰਨੇ ਵੀ ਸਵਾਲ ਕਰਨੇ ਨੇ, ਸਾਰੇ ਸਵਾਲਾਂ ਦੇ ਵਿੱਚ ਜਿਵੇਂ ਅਸੀਂ ਜੋੜ ਦੇ ਵਿੱਚ ਦਸ਼ਮਲਵ ਦੇ ਥੱਲੇ ਹੀ ਦਸ਼ਮਲਵ ਰੱਖਦੇ ਸੀ ਦੋਨੋਂ ਸੰਖਿਆਵਾਂ ਦਾ, ਇਹਦੇ ਵਿੱਚ ਵੀ ਆਪਾਂ ਦਸ਼ਮਲਵ ਦੇ ਨੀਚੇ ਹੀ ਦਸ਼ਮਲਵ ਜਿਹੜਾ ਉਹ ਰੱਖਾਂਗੇ। ਦੂਸਰਾ, 100ਵੇਂ ਦੇ ਵਿੱਚੋਂ 100ਵਾਂ, ਇਸੇ ਤਰ੍ਹਾਂ 1000ਵੇਂ ਅੰਕ ਦੇ ਵਿੱਚੋਂ 1000ਵਾਂ ਭਾਗ ਕਰਾਂਗੇ। ਅਗਰ ਸਾਡੇ ਕੋਲ ਸੰਖਿਆ ਦੇ ਵਿੱਚ 1000ਵਾਂ ਅੰਕ ਹੈ, 1000ਵੇਂ ਦੇ ਵਿੱਚੋਂ ਪਹਿਲਾਂ 1000ਵਾਂ ਅੰਕ ਅਸੀਂ ਮਾਈਨਸ ਕਰਾਂਗੇ, ਫਿਰ ਅਸੀਂ 100ਵੇਂ ਦੇ ਵਿੱਚੋਂ 100ਵਾਂ ਘਟਾਵਾਂਗੇ, ਫਿਰ 10ਵੇਂ ਚੋਂ 10ਵਾਂ ਘਟਾਵਾਂਗੇ। ਇਸੇ ਢੰਗ ਦੇ ਨਾਲ ਇਕਾਈ ਚੋਂ ਇਕਾਈ ਵਾਲਾ ਅੰਕ, ਦਹਾਈ ਦੇ ਅੰਕ ਚੋਂ ਦਹਾਈ ਦੇ ਵਾਲਾ ਅੰਕ ਤੇ ਸੈਂਕੜੇ ਦੇ ਵਿੱਚੋਂ ਸੈਂਕੜੇ ਵਾਲਾ ਅੰਕ ਅਸੀਂ ਉਹ ਘਟਾਉਂਦੇ ਜਾਵਾਂਗੇ ਜਿਵੇਂ ਜਿਵੇਂ ਸਾਨੂੰ ਸੰਖਿਆਵਾਂ ਦੇ ਵਿੱਚ ਦਿੱਤਾ ਹੋਏਗਾ। ਠੀਕ ਹੈ, ਤੋ ਆਓ ਇਸ ਤੋਂ ਬਾਅਦ ਅੱਗੇ ਦੇਖਦੇ ਹਾਂ। ਬੱਚਿਓ, ਕਈ ਵਾਰ ਸਾਨੂੰ ਸੰਖਿਆ ਦੇ ਵਿੱਚ ਜਿਹੜੇ ਸਮੂਹ ਹੈ ਉਹ ਪੂਰੀ ਤਰ੍ਹਾਂ ਬਣੇ ਹੋਏ ਨਹੀਂ ਦਿੱਤੇ ਹੁੰਦੇ। ਜਿਵੇਂ ਅਗਰ ਸਾਨੂੰ ਇਹ ਲਿਖਿਆ ਗਿਆ ਹੋਵੇ ਕਿ 3.5 ਦੇ ਵਿੱਚੋਂ ਅਸੀਂ ਘਟਾਉਣਾ ਹੈ 1.74। ਠੀਕ ਹੈ, ਤੋ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਇਕਾਈ ਦੇ ਅੰਕ ਤੋਂ ਬਾਅਦ ਪਹਿਲੀ ਸੰਖਿਆ ਦੇ ਵਿੱਚ ਸਾਡੇ ਕੋਲ ਸਿਰਫ ਇੱਕ ਅੰਕ ਹੈ, 10ਵਾਂ ਅੰਕ ਹੈ ਔਰ ਦੂਸਰੀ ਸੰਖਿਆ ਦੇ ਵਿੱਚ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਦਸ਼ਮਲਵ ਤੋਂ ਬਾਅਦ ਸਾਡੇ ਕੋਲ ਸਿਰਫ ਇੱਕ 10ਵਾਂ ਅੰਕ 1 ਦਿੱਤਾ ਹੋਇਆ, ਬਟ ਦੂਸਰੀ ਸੰਖਿਆ ਦੇ ਵਿੱਚ ਸਾਨੂੰ ਦਸ਼ਮਲਵ ਤੋਂ ਬਾਅਦ 2 ਅੰਕ ਜਿਹੜੇ ਦਿੱਤੇ ਹੋਏ ਨੇ, 10ਵਾਂ ਅੰਕ ਵੀ ਦਿੱਤਾ ਹੋਇਆ ਤੇ 100ਵਾਂ ਅੰਕ ਵੀ ਦਿੱਤਾ ਹੋਇਆ। ਤੋ ਇਹਦੇ ਵਿੱਚ ਸਾਡੇ ਕੋਲ ਜਿਹੜੇ ਪ੍ਰੋਪਰ ਸਮੂਹ ਨਹੀਂ ਬਣਦੇ। ਤੋ ਇਹਨਾਂ ਦੀ ਜਦੋਂ ਅਸੀਂ ਘਟਾਓ ਕਰਨੀ ਹੈ ਤੇ ਪਹਿਲਾਂ ਅਸੀਂ ਕੀ ਕਰ ਲੈਂਦੇ ਹਾਂ, ਤੋ ਜਿਵੇਂ ਪਹਿਲੀ ਸੰਖਿਆ ਹੈ 3 ਤੇ ਇਹਦੇ ਨਾਲ 5 ਹੈ, ਇੱਕ ਅੰਕ ਮੈਨੂੰ ਹੋਰ ਇੱਥੇ ਚਾਹੀਦਾ 100ਵਾਂ ਘਟਾਓ ਕਰਨ ਦੇ ਲਈ, ਤਾਂ ਉਹਨੂੰ ਉੱਥੇ ਮੈਂ 0 ਜਿਹੜੀ ਸਿਫਰ ਹੈ ਉਹ ਆਪਣੇ ਕੋਲੋਂ ਲਗਾ ਲਵਾਂਗਾ। ਦੂਸਰੀ ਸੰਖਿਆ ਜਿਹੜੀ ਉਹ ਪਹਿਲਾਂ ਹੀ ਠੀਕ ਹੈ, ਉਹ ਸਾਡੇ ਕੋਲ 1.74 ਹੀ ਰਹੇਗੀ। ਠੀਕ ਹੈ, ਤੋ ਹੁਣ 3.50 ਦੇ ਵਿੱਚੋਂ ਆਪਾਂ 1.74 ਜੋ ਹੈ ਉਹ ਘਟਾ ਸਕਦੇ ਹਾਂ। ਇਹਦੇ ਵਿੱਚ ਵੀ ਆਪਾਂ ਉਸੇ ਢੰਗ ਦੇ ਨਾਲ ਕਰਾਂਗੇ। 100ਵੇਂ ਦੇ ਵਿੱਚੋਂ 100ਵਾਂ, 10ਵੇਂ ਚੋਂ 10ਵਾਂ ਤੇ ਇਕਾਈ ਦੇ ਅੰਕ ਦੇ ਵਿੱਚੋਂ ਇਕਾਈ ਦਾ ਅੰਕ ਅਸੀਂ ਘਟਾਵਾਂਗੇ। ਪਰ ਇਹਦੇ 'ਚ ਦੇਖੀਏ ਤਾਂ ਸਾਡੇ ਕੋਲ 100ਵਾਂ ਅੰਕ ਜਿਹੜਾ ਉੱਪਰ ਹੈ ਉਹ 0 ਹੈ, 0 ਚੋਂ 4 ਨੂੰ ਨਹੀਂ ਘਟਾਇਆ ਜਾ ਸਕਦਾ, ਤਾਂ ਅਸੀਂ ਇੱਥੇ ਹਾਸਲ ਲਵਾਂਗੇ। ਠੀਕ ਹੈ, ਤੋ 5 ਦੇ ਵਿੱਚੋਂ ਜਦੋਂ ਅਸੀਂ ਹਾਸਲ ਲਵਾਂਗੇ ਤੇ ਸਾਡੇ ਕੋਲ 4 ਰਹਿ ਜਾਏਗਾ ਔਰ ਇੱਧਰ ਸਾਡੇ ਕੋਲ 0 ਦੀ ਜਗ੍ਹਾ ਤੇ ਕੀ ਬਣ ਜਾਏਗਾ, 10 ਬਣ ਜਾਏਗਾ। 10 ਦੇ ਵਿੱਚੋਂ 4 ਅਸੀਂ ਘਟਾਵਾਂਗੇ ਤਾਂ ਸਾਡੇ ਕੋਲ 6 ਆ ਜਾਏਗਾ।
4 ਦੇ ਵਿੱਚੋਂ 7 ਫਿਰ ਨਹੀਂ ਘਟਾਇਆ ਜਾ ਸਕਦਾ, तो ਅਸੀਂ 3 ਦੇ ਵਿੱਚੋਂ 1 ਹਾਸਲ ਲਵਾਂਗੇ, ਇੱਥੇ ਸਾਡੇ ਕੋਲ 2 ਬਚੇਗਾ, ਇੱਥੇ ਸਾਡੇ ਕੋਲ 14 ਹੋ ਜਾਏਗਾ। 14 ਦੇ ਵਿੱਚੋਂ 7 ਅਸੀਂ ਘਟਾਵਾਂਗੇ ਤਾਂ ਸਾਨੂੰ 7 ਪ੍ਰਾਪਤ ਹੋ ਜਾਏਗਾ। ਠੀਕ ਹੈ, ਇਸ ਤੋਂ ਬਾਅਦ ਦਸ਼ਮਲਵ, ਫਿਰ ਇਕਾਈ ਦੇ ਅੰਕ ਦੇ ਵਿੱਚੋਂ ਇਕਾਈ ਦਾ ਅੰਕ ਅਸੀਂ ਘਟਾਵਾਂਗੇ ਤਾਂ 2 ਦੇ ਵਿੱਚੋਂ 1 ਘਟਾਉਣ ਤੇ ਸਾਨੂੰ 1 ਪ੍ਰਾਪਤ ਹੁੰਦਾ ਹੈ। ਸੋ ਸਾਡੇ ਕੋਲ ਜਿਹੜਾ 3.50 ਦੇ ਵਿੱਚੋਂ ਜਦੋਂ ਅਸੀਂ 1.74 ਨੂੰ ਘਟਾਉਂਦੇ ਹਾਂ ਤਾਂ ਇਹਦਾ ਜਿਹੜਾ ਉੱਤਰ ਸਾਡੇ ਕੋਲ ਉਹ ਕੀ ਮਿਲ ਜਾਂਦਾ ਸਾਨੂੰ, 1.76। ਠੀਕ ਹੈ ਵਿਦਿਆਰਥੀਓ, ਤੋਂ ਬਿਲਕੁਲ ਉਸੇ ਢੰਗ ਦੇ ਨਾਲ ਜਿਵੇਂ ਅਸੀਂ ਜੋੜ ਕਰਦੇ ਸੀ ਉਹੀ ਸਾਰੀਆਂ ਚੀਜ਼ਾਂ ਲਗਭਗ ਇਹਦੇ ਵਿੱਚ ਜਿਹੜੀਆਂ ਅਸੀਂ ਉਹਨਾਂ ਦੀ ਵਰਤੋਂ ਕਰਨੀ ਹੈ ਘਟਾਓ ਕਰਨ ਦੇ ਵੇਲੇ। ਤੋਂ ਆਓ ਅਸੀਂ ਕੁਝ ਅਭਿਆਸ ਦੇ ਲਈ ਹੋਰ ਜਿਹੜੇ ਸਵਾਲ ਘਟਾਓ ਦੇ ਦੇਖਦੇ ਹਾਂ। ਸੋ ਵਿਦਿਆਰਥੀਓ, ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਸਾਡੇ ਕੋਲ ਇੱਥੇ 4 ਸਵਾਲ ਜਿਹੜੇ ਦਿੱਤੇ ਗਏ ਨੇ, ਇਹਨਾਂ ਨੂੰ ਅਸੀਂ ਇੱਕ ਇੱਕ ਕਰਕੇ ਜਿਹੜਾ ਸਾਰਿਆਂ ਨੂੰ ਹੱਲ ਕਰਾਂਗੇ। ਠੀਕ ਹੈ, ਪਹਿਲਾ ਸਵਾਲ, ਦੂਜਾ ਸਵਾਲ, ਤੀਜਾ ਸਵਾਲ ਤੇ ਚੌਥਾ ਸਵਾਲ। ਠੀਕ ਹੈ, तो पहले सवाल का हल ਅਸੀਂ ਸਭ ਤੋਂ ਪਹਿਲਾਂ ਕਰਦੇ ਹਾਂ। ਠੀਕ ਹੈ, तो ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਸੰਖਿਆਵਾਂ ਦੇ ਵਿੱਚ ਜਿਹੜੇ ਸਮੂਹ ਆ ਉਹ ਸਾਡੇ ਕੋਲ ਪਹਿਲਾਂ ਹੀ ਬਣੇ ਹੋਏ ਆ। तो 5.46 ਦੇ ਵਿੱਚੋਂ ਆਪਾਂ ਘਟਾਉਣ ਜਾ ਰਹੇ ਹਾਂ 1.85। ਹਾਂਜੀ ਵਿਦਿਆਰਥੀਓ, तो 6 100ਵੇਂ ਅੰਕ ਦੇ ਵਿੱਚੋਂ ਪਹਿਲਾਂ ਅਸੀਂ 100ਵਾਂ ਅੰਕ ਘਟਾਵਾਂਗੇ, ਫਿਰ 10ਵਾਂ ਤੇ ਫਿਰ ਇਕਾਈ ਦੇ ਅੰਕ ਦੀ ਵਾਰੀ ਆਏਗੀ। 6 ਦੇ ਵਿੱਚੋਂ 5 ਅਸੀਂ ਘਟਾਵਾਂਗੇ ਤਾਂ ਸਾਡੇ ਕੋਲ 1 ਆਏਗਾ। 4 ਦੇ ਵਿੱਚੋਂ 8 ਨੂੰ ਨਹੀਂ ਘਟਾਇਆ ਜਾ ਸਕਦਾ ਤਾਂ ਇੱਥੇ ਸਾਨੂੰ ਹਾਸਲ ਜਿਹੜਾ ਉਹ ਲੈਣਾ ਪਏਗਾ, ਇੱਥੇ ਸਾਡੇ ਕੋਲ 4 ਬਣੇਗਾ ਔਰ ਇਹ ਸਾਡੇ ਕੋਲ 14 ਬਣ ਜਾਏਗਾ। 14 ਦੇ ਵਿੱਚੋਂ 8 ਮਾਈਨਸ ਕਰਾਂਗੇ, ਘਟਾਵਾਂਗੇ ਤਾਂ ਇਹ ਸਾਡੇ ਕੋਲ 6 ਆਏਗਾ ਤੇ ਇਸ ਤੋਂ ਬਾਅਦ 4 ਦੇ ਵਿੱਚੋਂ 1 ਘਟਾਵਾਂਗੇ ਤਾਂ ਸਾਡੇ ਕੋਲ 3 ਆਏਗਾ। ਠੀਕ ਹੈ, तो ਪਹਿਲੇ ਸਵਾਲ ਦਾ ਜੋ ਉੱਤਰ ਹੈ ਉਹ ਸਾਡੇ ਕੋਲ ਆਨਸਰ ਇਹ ਬਣ ਜਾਂਦਾ ਹੈ 3.61। ਠੀਕ ਹੈ, तो ਇਸ ਤੋਂ ਬਾਅਦ ਦੂਸਰਾ ਸਵਾਲ ਜਿਹੜਾ ਹੈ ਸਾਡੇ ਕੋਲ 8.25 ਦੇ ਵਿੱਚੋਂ ਅਸੀਂ ਘਟਾਵਾਂਗੇ 5.25। ਠੀਕ ਹੈ, तो ਮਾਈਨਸ ਕਰਦੇ ਹਾਂ 100ਵੇਂ ਅੰਕ ਦੇ ਵਿੱਚੋਂ 100ਵਾਂ ਅੰਕ ਅਸੀਂ ਘਟਾਵਾਂਗੇ। ਤੁਸੀਂ ਦੇਖ ਸਕਦੇ ਹੋ ਕਿ ਦੋਨੋਂ ਹੀ ਸਾਡੇ ਕੋਲ 5 ਨੇ, तो 5 ਵਿੱਚੋਂ 5 ਘਟਾਇਆ ਸਾਡੇ ਕੋਲ 0 ਆ ਜਾਏਗਾ। ਇਸੇ ਤਰ੍ਹਾਂ 2 ਦੇ ਵਿੱਚੋਂ 2 ਘਟਾਇਆ ਇਹ ਵੀ ਸਾਡੇ ਕੋਲ 0 ਆ ਜਾਏਗਾ, ਫਿਰ ਦਸ਼ਮਲਵ ਦਾ ਨਿਸ਼ਾਨ ਆਏਗਾ। ਉਸ ਤੋਂ ਬਾਅਦ 8 ਦੇ ਵਿੱਚੋਂ 5 ਅਸੀਂ ਘਟਾਵਾਂਗੇ ਤਾਂ ਇਹ ਸਾਡੇ ਕੋਲ 3 ਬਣੇਗਾ। ਸੋ ਦੂਜੇ ਸਵਾਲ ਦਾ ਆਨਸਰ ਸਾਡੇ ਕੋਲ ਕੀ ਬਣ ਜਾਂਦਾ ਹੈ 3। ਅਸੀਂ ਇਹਨੂੰ 3 ਵੀ ਕਹਿ ਸਕਦੇ ਹਾਂ, 3.00 ਵੀ ਲਿਖ ਸਕਦੇ ਹਾਂ। ਠੀਕ ਹੈ, तो ਇਸੇ ਢੰਗ ਦੇ ਨਾਲ ਤੀਜਾ ਸਵਾਲ ਜਿਹੜਾ ਅਸੀਂ ਦੇਖਦੇ ਹਾਂ 2.29 ਦੇ ਵਿੱਚੋਂ ਅਸੀਂ ਘਟਾਉਣਾ ਹੈ 0.95। ਠੀਕ ਹੈ, तो 9 ਦੇ ਵਿੱਚੋਂ ਜਦੋਂ ਅਸੀਂ 9 ਦੇ ਵਿੱਚੋਂ 5 ਘਟਾਵਾਂਗੇ ਸਾਡੇ ਕੋਲ ਇੱਥੇ 4 ਬਚੇਗਾ। 2 ਦੇ ਵਿੱਚੋਂ 9 ਨੂੰ ਨਹੀਂ ਘਟਾਇਆ ਜਾ ਸਕਦਾ ਤਾਂ ਇੱਥੇ ਅਸੀਂ ਹਾਸਲ ਲਵਾਂਗੇ, ਸਾਡੇ ਕੋਲ 12 ਬਣ ਜਾਏਗਾ ਔਰ ਇਹ ਸਾਡੇ ਕੋਲ 1 ਰਹਿ ਜਾਏਗਾ। ਠੀਕ ਹੈ, 12 ਦੇ ਵਿੱਚੋਂ 9 ਜਦੋਂ ਅਸੀਂ ਘਟਾਵਾਂਗੇ ਸਾਡੇ ਕੋਲ 3 ਆਏਗਾ, ਇੱਥੇ ਦਸ਼ਮਲਵ। 1 ਦੇ ਵਿੱਚੋਂ 0 ਜਦੋਂ ਅਸੀਂ ਘਟਾਵਾਂਗੇ ਤਾਂ ਇਹ ਸਾਡੇ ਕੋਲ 1 ਹੀ ਰਹੇਗਾ। ਠੀਕ, तो ਤੀਜੇ ਸਵਾਲ ਦਾ ਜਿਹੜਾ ਆਨਸਰ ਹੈ ਉਹ ਸਾਡੇ ਕੋਲ ਕੀ ਬਣ ਗਿਆ 1.34, 1.34। तो ਇਸੇ ਢੰਗ ਦੇ ਨਾਲ ਮੈਨੂੰ ਉਮੀਦ ਹੈ ਕਿ ਚੌਥਾ ਸਵਾਲ ਹੁਣ ਤੱਕ ਤੁਸੀਂ ਸ਼ਾਇਦ ਕਰ ਵੀ ਲਿਆ ਹੋਵੇ। 5.68 ਦੇ ਵਿੱਚੋਂ ਅਸੀਂ ਘਟਾਵਾਂਗੇ 2.25। ਠੀਕ ਹੈ, तो 8 ਦੇ ਵਿੱਚੋਂ 5 ਘਟਾਇਆ ਇਹ ਸਾਡੇ ਕੋਲ ਬਚੇਗਾ 3। 6 ਦੇ ਵਿੱਚੋਂ 2 ਘਟਾਇਆ ਇਹ ਸਾਡੇ ਕੋਲ ਬਚੇਗਾ 4, ਸਾਡੇ ਕੋਲ ਬਚੇਗਾ 3। ਠੀਕ ਹੈ ਵਿਦਿਆਰਥੀਓ, तो ਇਸ ਤਰ੍ਹਾਂ ਬੜੀ ਆਸਾਨੀ ਦੇ ਨਾਲ ਅਸੀਂ ਜਿਹੜੀ ਦਸ਼ਮਲਵ ਦੀਆਂ ਸੰਖਿਆਵਾਂ ਦੀ ਘਟਾਓ ਕਰ ਸਕਦੇ ਹਾਂ। ਧਿਆਨ ਦੇ ਵਿੱਚ ਕੀ ਚੀਜ਼ ਰੱਖਣੀ ਹੈ, ਦਸ਼ਮਲਵ ਦੇ ਥੱਲੇ ਹਮੇਸ਼ਾ ਦਸ਼ਮਲਵ ਆਣਾ ਚਾਹੀਦਾ ਹੈ। ਠੀਕ, ਹਾਂਜੀ ਵਿਦਿਆਰਥੀਓ, ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਅਗਲਾ ਜਿਹੜਾ ਸਵਾਲ ਹੈ ਕਿ ਅਭਿਸ਼ੇਕ ਦੇ ਕੋਲ 7.45 ਰੁਪਏ ਹਨ ਔਰ ਉਹ 5.30 ਦੀਆਂ ਟੌਫੀਆਂ ਖਰੀਦ ਲੈਂਦਾ ਹੈ। ਅਭਿਸ਼ੇਕ ਕੋਲ ਹੁਣ ਕਿੰਨੇ ਰੁਪਏ ਬਚਦੇ ਹਨ। ਠੀਕ ਹੈ, तो ਇਹਦੇ ਵਿੱਚ ਅਸੀਂ ਪਹਿਲਾਂ ਲਿਖਾਂਗੇ ਅਭਿਸ਼ੇਕ ਦੇ ਕੋਲ ਕੁੱਲ ਰਕਮ ਜਿਹੜੀ ਹੈ ਉਹ ਲਿਖਾਂਗੇ, ਉਸ ਤੋਂ ਬਾਅਦ ਉਹ ਟੌਫੀਆਂ ਤੇ ਕਿੰਨੇ ਖਰਚ ਕਰਦਾ ਹੈ ਉਹ ਲਿਖਾਂਗੇ, ਫਿਰ ਦੋਨਾਂ ਨੂੰ ਘਟਾ ਕੇ ਉਹਦੇ ਕੋਲ ਜੋ ਬਾਕੀ ਰਕਮ ਬਚਦੀ ਹੈ ਉਹ ਅਸੀਂ ਲਿਖ ਦਿਆਂਗੇ। ਠੀਕ ਹੈ, तो ਆਓ ਲਿਖਦੇ ਹਾਂ ਆਪਾਂ ਇਹਦੇ ਸਭ ਤੋਂ ਪਹਿਲਾਂ ਕੁੱਲ ਰਕਮ। ਹਾਂਜੀ, ਅਭਿਸ਼ੇਕ ਦੇ ਕੋਲ ਕੁੱਲ ਰਕਮ ਕਿੰਨੀ ਹੈ 7.45 ਰੁਪਏ। ਠੀਕ ਹੈ, 7.45। ਉਸ ਤੋਂ ਬਾਅਦ ਟੌਫੀਆਂ ਤੇ ਖਰਚ ਕੀਤੀ ਰਕਮ, ਟੌਫੀਆਂ ਤੇ ਖਰਚ ਕੀਤੀ ਰਕਮ। ਹਾਂਜੀ, ਟੌਫੀਆਂ ਤੇ ਜਿਹੜੀ ਰਕਮ ਖਰਚ ਹੋਈ ਹੈ ਉਹ ਸਾਡੇ ਕੋਲ ਹੈ
5.30, ठीक है। 5 रुपए 30 पैसे ਜਿਹੜੇ ਉਹਨੇ ਟੌਫੀਆਂ ਦੇ ਉੱਤੇ ਖਰਚੇ ਨੇ। ਹੁਣ ਅਸੀਂ ਲਿਖਾਂਗੇ ਬਾਕੀ ਬਚੀ ਰਕਮ। ਬਾਕੀ ਬਚੀ ਰਕਮ ਜਿਹੜੀ ਹੈ ਉਹਦੇ ਲਈ ਅਸੀਂ ਜੋ ਰੁਪਏ ਉਹਦੇ ਕੋਲ ਹੈਗੇ ਨੇ ਉਹਦੇ ਵਿੱਚੋਂ ਅਸੀਂ ਜਿੰਨੇ ਉਹਨੇ ਖਰਚ ਲਏ ਨੇ, ਜੋ ਉਹਦੇ ਕੋਲ ਕੁੱਲ ਸੀਗੇ ਉਹਦੇ ਵਿੱਚੋਂ ਜਿੰਨੇ ਖਰਚੇ ਨੇ ਉਹ ਘਟਾ ਦਿਆਂਗੇ। 7.45 ਦੇ ਵਿੱਚੋਂ ਆਪਾਂ 5.30 ਮਾਈਨਸ ਕਰ ਦਿਆਂਗੇ, ਠੀਕ ਹੈ। ਤਾਂ ਘਟਾਉਣ ਦੇ ਲਈ ਆਪਾਂ ਲਿਖ ਲੈਂਦੇ ਇੱਥੇ 7.45 ਤੇ ਉਸ ਤੋਂ ਬਾਅਦ 5.30। तो माइनस करांगे साढ़े कोल 5 ਦੇ ਵਿੱਚੋਂ 0 ਮਾਈਨਸ ਕਰਾਂਗੇ ਤਾਂ ਸਾਡੇ ਕੋਲ 5 ਆਏਗਾ। 4 ਦੇ ਵਿੱਚੋਂ 3 ਮਾਈਨਸ ਕਰਾਂਗੇ ਤਾਂ 1 ਆਏਗਾ, ਠੀਕ ਹੈ। ਇਸ ਤੋਂ ਬਾਅਦ ਦਸ਼ਮਲਵ 7 ਦੇ ਵਿੱਚੋਂ 5 ਘਟਾਏ ਤਾਂ ਸਾਡੇ ਕੋਲ ਬਚਣਗੇ 2। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਉਹਦੇ ਕੋਲ ਜਿਹੜਾ ਬਕਾਇਆ ਰਕਮ ਬਚੀ ਹੈ ਜੋ ਉਹਦੇ ਕੋਲ ਟੌਫੀਆਂ ਦੇ ਉੱਤੇ ਖਰਚਣ ਤੋਂ ਬਾਅਦ ਉਹ ਹੈ 2.15, ਠੀਕ ਹੈ ਜੀ। ਇਹ ਉੱਤਰ ਹੈ ਸਾਡੇ ਕੋਲ ਇਸ ਸਵਾਲ ਦਾ, ਠੀਕ ਹੈ ਵਿਦਿਆਰਥੀਓ। ਤਾਂ ਬਹੁਤ ਸੌਖਾ ਸਵਾਲ ਸੀਗਾ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜ਼ਰੂਰ ਸਮਝ ਆ ਗਿਆ ਹੋਵੇਗਾ। ਸਭ ਤੋਂ ਪਹਿਲਾਂ ਅਸੀਂ ਇਹ ਦੇਖਿਆ ਕਿ ਅਭਿਸ਼ੇਕ ਦੇ ਕੋਲ ਕੁੱਲ ਕਿੰਨੀ ਰਕਮ ਸੀ, ਫਿਰ ਉਹਦੇ ਵਿੱਚੋਂ ਜਿੰਨੀਆਂ ਉਹਨੇ ਟੌਫੀਆਂ ਖਰੀਦੀਆਂ ਉਹ ਅਸੀਂ ਲਿਖੀ, ਦੋਨਾਂ ਨੂੰ ਘਟਾਇਆ ਤੇ ਸਾਡੇ ਕੋਲ ਉੱਤਰ ਜਿਹੜਾ ਜੋ ਬਕਾਇਆ ਰਾਸ਼ੀ ਉਹਦੇ ਕੋਲ ਬਚਦੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ, ਠੀਕ ਹੈ। ਤਾਂ ਦੇਖਦੇ ਆਪਾਂ ਇਸ ਤੋਂ ਬਾਅਦ ਅਗਲਾ ਸਵਾਲ। ਸੋ ਅਗਲਾ ਸਵਾਲ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਵਹੀਦਾ ਦਾ ਘਰ ਉਸਦੇ ਸਕੂਲ ਤੋਂ 5 ਕਿਲੋਮੀਟਰ 350 ਮੀਟਰ ਦੂਰੀ ਤੇ ਹੈ। ਉਹ 1 ਕਿਲੋਮੀਟਰ 70 ਮੀਟਰ ਪੈਦਲ ਚਲਦੀ ਹੈ ਅਤੇ ਬਾਕੀ ਦੂਰੀ ਬੱਸ ਰਾਹੀਂ ਤੈਅ ਕਰਦੀ ਹੈ। ਬੱਸ ਦੁਆਰਾ ਤੈਅ ਕੀਤੀ ਗਈ ਦੂਰੀ ਪਤਾ ਕਰੋ। ਸੋ ਅਸੀਂ ਸਭ ਤੋਂ ਪਹਿਲਾਂ ਲਿਖਾਂਗੇ ਕਿ ਸਕੂਲ ਤੋਂ ਘਰ ਦੀ ਜਿਹੜੀ ਕੁੱਲ ਦੂਰੀ ਸਾਡੇ ਕੋਲ ਕਿੰਨੀ ਹੈ, ਫਿਰ ਉਹਦੇ ਵਿੱਚੋਂ ਪੈਦਲ ਦੂਰੀ ਜਿਹੜੀ ਵਹੀਦਾ ਉਹ ਕਿੰਨੀ ਤੈਅ ਕਰਦੀ ਹੈ, ਫਿਰ ਕੁੱਲ ਦੂਰੀ ਦੇ ਵਿੱਚੋਂ ਪੈਦਲ ਤੈਅ ਕੀਤੀ ਦੂਰੀ ਨੂੰ ਅਸੀਂ ਮਾਈਨਸ ਕਰਾਂਗੇ ਤਾਂ ਸਾਡੇ ਕੋਲ ਬੱਸ ਦੁਆਰਾ ਤੈਅ ਕੀਤੀ ਦੂਰੀ ਜਿਹੜੀ ਉਹ ਪ੍ਰਾਪਤ ਹੋ ਜਾਏਗੀ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਲਿਖਦੇ ਹਾਂ ਸਕੂਲ ਤੋਂ ਘਰ ਦੀ ਕੁੱਲ ਦੂਰੀ। ਸਕੂਲ ਤੋਂ ਘਰ ਦੀ ਕੁੱਲ ਦੂਰੀ 5 ਕਿਲੋਮੀਟਰ ਅਤੇ 350 ਮੀਟਰ, ਠੀਕ ਹੈ। ਤਾਂ 5 ਕਿਲੋਮੀਟਰ 350 ਮੀਟਰ ਨੂੰ ਜਦੋਂ ਅਸੀਂ ਕਿਲੋਮੀਟਰ ਦੇ ਵਿੱਚ ਬਦਲਣਾ ਹੋਵੇ ਤਾਂ ਸਾਨੂੰ ਕੀ ਕਰਨਾ ਪਏਗਾ, ਜਿਹੜਾ ਮੀਟਰ ਹੈ ਉਹਨੂੰ 350 ਮੀਟਰ ਨੂੰ ਅਸੀਂ ਕਿਲੋਮੀਟਰ ਵਿੱਚ ਬਦਲਣ ਵਾਸਤੇ ਇਹਨੂੰ ਅਸੀਂ 1000 ਦੇ ਨਾਲ ਭਾਗ ਕਰਾਂਗੇ। ਇਹ ਸਾਡੇ ਕੋਲ ਕਿਲੋਮੀਟਰ ਬਣ ਜਾਏਗਾ, ਠੀਕ। ਤਾਂ ਇਹ ਸਾਡੇ ਕੋਲ ਬਣ ਜਾਂਦਾ ਹੈ 5 ਕਿਲੋਮੀਟਰ ਅਤੇ 0.350 ਕਿਲੋਮੀਟਰ, ਠੀਕ ਹੈ। 350 ਨੂੰ ਜਦੋਂ ਅਸੀਂ 1000 ਦੇ ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ 0.350 ਬਣ ਜਾਏਗਾ। तो कुल ਜਿਹੜੀ ਦੂਰੀ ਘਰ ਦੀ ਸਕੂਲ ਤੋਂ ਘਰ ਦੀ ਦੂਰੀ ਆ ਉਹ ਸਾਡੇ ਕੋਲ ਬਣ ਜਾਂਦੀ ਹੈ 5.350 ਕਿਲੋਮੀਟਰ, ਠੀਕ ਹੈ। ਇਸ ਤੋਂ ਬਾਅਦ ਅਸੀਂ ਲਿਖਾਂਗੇ ਕਿ ਉਹ 1 ਕਿਲੋਮੀਟਰ 70 ਮੀਟਰ ਪੈਦਲ ਚਲਦੀ ਹੈ, ਠੀਕ ਹੈ। ਪੈਦਲ ਤੈਅ ਕੀਤੀ ਗਈ ਦੂਰੀ, ਹਾਂਜੀ 1 ਕਿਲੋਮੀਟਰ 70 ਮੀਟਰ ਪੈਦਲ ਤੈਅ ਕੀਤੀ ਗਈ ਦੂਰੀ ਹਾਂਜੀ ਪੈਦਲ ਦੂਰੀ ਤੈਅ ਕੀਤੀ ਗਈ ਹੈ 1 ਕਿਲੋਮੀਟਰ 70 ਮੀਟਰ। ਇਹ 70 ਮੀਟਰ ਨੂੰ ਵੀ ਅਸੀਂ ਕਿਲੋਮੀਟਰ ਦੇ ਵਿੱਚ ਬਦਲ ਲਵਾਂਗੇ, ਹਾਂਜੀ 70 ਮੀਟਰ 70 ਨੂੰ ਅਸੀਂ 1000 ਦੇ ਨਾਲ ਭਾਗ ਕਰਾਂਗੇ ਤਾਂ ਇਹ ਸਾਡੇ ਕੋਲ ਕਿਲੋਮੀਟਰ ਬਣ ਜਾਏਗਾ। तो 1 ਕਿਲੋਮੀਟਰ और 70 ਨੂੰ 1000 ਦੇ ਨਾਲ ਭਾਗ ਕੀਤਾ ਹੈ ਸਾਡੇ ਕੋਲ 0.070 ਬਣ ਜਾਏਗਾ, ਠੀਕ ਹੈ ਜੀ 0.070।
तो ये कुल जिहड़ी पैदल तय कीती दूरी वो साडे कोल की बन जाती है 1.070 किलोमीटर। ठीक है विद्यार्थियों, तो इस तो बाद बस द्वारा तय कीती दूरी ਕੱਢਣ ਦੇ ਲਈ ਅਸੀਂ ਕੁੱਲ ਦੂਰੀ ਦੇ ਵਿੱਚੋਂ ਪੈਦਲ ਤय ਕੀਤੀ ਦੂਰੀ ਨੂੰ ਘਟਾ ਦਿਆਂਗੇ ਤਾਂ ਸਾਡੇ ਕੋਲ ਵਹੀਦਾ द्वारा बस द्वारा तय कीती दूरी जिहड़ी है वो पता चल जाएगी। ठीक है, तो बस द्वारा तय कीती दूरी, बस द्वारा तय कीती दूरी। हाँ जी, कुल दूरी साडे कोल है 5.350। ਇਹਦੇ ਚੋਂ ਅਸੀਂ ਮਾਈਨਸ ਕਰਾਂਗੇ ਜੋ ਉਸਨੇ ਪੈਦਲ ਦੂਰੀ ਤੈਅ ਕੀਤੀ ਹੈ 1.070। ਠੀਕ ਹੈ, तो ਇਹ ਅਸੀਂ ਮਾਈਨਸ ਕਰ ਦਿੰਦੇ ਹਾਂ। 5.350 ਦੇ ਵਿੱਚੋਂ ਆਪਾਂ ਮਾਈਨਸ ਕਰਾਂਗੇ 1.070। ਸਿਫਰ ਚੋਂ ਸਿਫਰ ਘਟਾਇਆ ਸਾਡੇ ਕੋਲ ਸਿਫਰ ਹੀ ਆਏਗਾ। 5 ਦੇ ਵਿੱਚੋਂ 7 ਨਹੀਂ ਘਟਾਏ ਜਾ ਸਕਦੇ, ਇੱਥੇ ਅਸੀਂ ਜਿਹੜਾ ਉਹ ਹਾਸਲ ਲਵਾਂਗੇ, ਇਹ ਸਾਡੇ ਕੋਲ 15 ਹੋ ਜਾਏਗਾ। 15 ਚੋਂ 7 ਅਸੀਂ ਘਟਾਵਾਂਗੇ ਤਾਂ ਇਹ ਸਾਡੇ ਕੋਲ 8 ਬਚਦਾ ਹੈ। 2 ਦੇ ਵਿੱਚੋਂ 0 ਘਟਾਇਆ ਤੇ 2 ਬਚੇਗਾ, ਔਰ 5 ਦੇ ਵਿੱਚੋਂ 1 ਘਟਾਇਆ ਤੇ ਸਾਡੇ ਕੋਲ 4 ਬਚਦਾ ਹੈ। ਠੀਕ ਹੈ, ਸੋ ਅਸੀਂ ਲਿਖ ਸਕਦੇ ਹਾਂ ਕਿ ਬੱਸ ਦੁਆਰਾ ਤੈਅ ਕੀਤੀ ਦੂਰੀ ਜਿਹੜੀ ਉਹ ਸਾਡੇ ਕੋਲ ਕਿੰਨੀ ਬਣਦੀ ਹੈ 4.280 ਕਿਲੋਮੀਟਰ। ठीक है, इस तरह वहीदा बस द्वारा 4.280 किलोमीटर की दूरी तय करती है। किलोमीटर की दूरी तय करती है। ठीक है, 4.280 ਨੂੰ ਅਸੀਂ 4 ਕਿਲੋਮੀਟਰ ਤੇ 280 ਮੀਟਰ ਵੀ ਲਿਖ ਸਕਦੇ ਹਾਂ। ਠੀਕ ਹੈ, ਇਸੇ ਦੂਰੀ ਨੂੰ ਅਸੀਂ 4 ਕਿਲੋਮੀਟਰ ਅਤੇ 280 ਮੀਟਰ ਵੀ ਲਿਖਿਆ ਜਾ ਸਕਦਾ ਹੈ। ठीक है विद्यार्थियों, तो ये साडे कोल इस सवाल का हल है। हाँ जी विद्यार्थियों, तो अगला सवाल तुसीं स्क्रीन के उत्ते देख सकते हो। कंचन ने 5 किलोग्राम 200 ग्राम का एक तरबूज खरीदिया। इस विचों उसने 2 किलोग्राम 750 ग्राम अपने गुआंढी नूं दिता। कंचन कोल कितना तरबूज बचा। ठीक है, तो कुल जिहड़ा कंचन ने तरबूज खरीदिया वो आपां देखदे हां, तो उहदे विचों जो उहने गुआंढी नूं दिता वो देखदे हां। दोनों नूं जदों असीं घटावांगे तां बाकी जिहड़ा तरबूज बचा है कंचन दे कोल उसदा भार जिहड़ा वो सानूं पता चल जाएगा। ठीक है, तो लिखते हैं आप हल। तरबूज का कुल भार तरबूज का कुल भार, हाँ जी, तरबूज का कुल भार कितना है 5 किलोग्राम तो 200 ग्राम। और इसनों पहला आपां जिहड़ा कन्वर्ट करांगे सारे नूं किलोग्राम दे विच, तां मेरे कोल 5.200 किलोग्राम बन जाएगा। ठीक है, जिस तरह असीं बहुत सारे सवालों नूं पहलां बदल चुके हैं। ठीक है जी, ये तरबूज का कुल भार हो गया। फिर गुआंढी नूं दिता गया गुआंढी नूं दिते गए तरबूज का भार, दिते गए तरबूज का भार। हाँ जी, तो गुआंढी नूं जिहड़ा तरबूज दिता गया उहदा भार सी 2 किलोग्राम 750 ग्राम। दो किलोग्राम 750 ग्राम जिहड़ा साडे कोल 2.750 किलोग्राम जिहड़ा वो बन जाएगा।
ठीक है। तो हुण इहदे विच असीं की करांगे, गवांਢੀ ਨੂੰ ਦੇਣ ਤੋਂ ਬਾਅਦ ਜੋ ਤਰਬੂਜ ਜਿਹੜਾ ਬਾਕੀ ਬਚਿਆ ਹੈ ਉਹਦੇ ਲਈ ਅਸੀਂ 5.200 ਦੇ ਵਿੱਚੋਂ 2.750 ਨੂੰ ਘਟਾ ਦਿਆਂਗੇ। ਠੀਕ ਹੈ। तो इत्थे असीं लिखांगे बाकी बचे तरबूज दा भार। बाकी बचे तरबूज दा भार। हाँ जी, तो ਉਹਦੇ ਲਈ ਅਸੀਂ ਕੀ ਕਰਾਂਗੇ 5.200 ਦੇ ਵਿੱਚੋਂ ਆਪਾਂ ਘਟਾਵਾਂਗੇ। हाँ जी, 5.200 ਦੇ ਵਿੱਚੋਂ ਅਸੀਂ ਘਟਾਵਾਂਗੇ 2.750। ठीक है। तो सिफर ਦੇ ਵਿੱਚੋਂ ਸਿਫਰ ਘਟਾਵਾਂਗੇ, ਸਾਡੇ ਕੋਲ ਸਿਫਰ ਆਏਗਾ। ਸਿਫਰ ਚੋਂ 5 ਨਹੀਂ ਘਟਾਏ ਜਾ ਸਕਦੇ, ਇੱਥੇ ਅਸੀਂ ਹਾਸਲ ਲਵਾਂਗੇ, ਇੱਥੇ ਸਾਡੇ ਕੋਲ 1 ਬਚੇਗਾ ਔਰ ਇੱਥੇ ਸਾਡੇ ਕੋਲ 10 ਆ ਜਾਏਗਾ। 10 ਚੋਂ 5 ਘਟਾਵਾਂਗੇ ਤਾਂ ਸਾਡੇ ਕੋਲ 5 ਆਏਗਾ। ਠੀਕ। ਇਸ ਤੋਂ ਬਾਅਦ 1 ਦੇ ਵਿੱਚੋਂ 17 ਨਹੀਂ ਘਟਾਏ ਜਾ ਸਕਦੇ, ਤਾਂ 5 ਦੇ ਵਿੱਚੋਂ ਅਸੀਂ ਕਿੱਧਰ ਹਾਸਲ ਲਵਾਂਗੇ, ਇੱਥੇ ਸਾਡੇ ਕੋਲ 4 ਬਚੇਗਾ ਔਰ ਇੱਥੇ 11 ਬਣ ਜਾਣਗੇ। 11 ਦੇ ਵਿੱਚੋਂ 7 ਘਟਾਵਾਂਗੇ, ਸਾਡੇ ਕੋਲ ਜਿਹੜਾ ਬਾਕੀ ਉਹ 4 ਥੱਲੇ ਆ ਜਾਏਗਾ। ਫਿਰ ਦਸ਼ਮਲਵ ਆਏਗਾ, 4 ਦੇ ਵਿੱਚੋਂ 2 ਇਕਾਈ ਦੇ ਅੰਕਾਂ ਦਾ ਅਸੀਂ ਘਟਾਓ ਕਰਾਂਗੇ ਤਾਂ ਇੱਥੇ ਸਾਡੇ ਕੋਲ 2 ਬਣ ਜਾਂਦਾ। ਠੀਕ ਹੈ। तो इस तरह ਜਿਹੜਾ ਬਾਕੀ ਤਰਬੂਜ ਬਚਿਆ ਕੰਚਨ ਦੇ ਕੋਲ ਉਹਦਾ ਭਾਰ ਕਿੰਨਾ ਹੈ 2.450 ਜਾਂ ਅਸੀਂ ਕਹਿ ਸਕਦੇ ਹਾਂ 2 ਕਿਲੋ 450 ਗ੍ਰਾਮ। ਸੋ ਬਾਕੀ ਬਚੇ ਤਰਬੂਜ ਦਾ ਭਾਰ ਬਾਕੀ ਬਚੇ तरबूज का भार 2.450 किलोग्राम है। ठीक है विद्यार्थियों। ठीक, तो देखते हैं इस तो बाद अगला सवाल। हाँ जी प्यारे विद्यार्थियों, अगला सवाल तुसीं देख सकते हो। आकाश ने 10 किलोग्राम सब्जी खरीदी, जिस विच 3 किलोग्राम 500 ग्राम प्याज, 2 किलोग्राम 75 ग्राम टमाटर ਅਤੇ ਬਾਕੀ ਆਲੂ ਹਨ। ਆਲੂਆਂ ਦਾ ਵਜ਼ਨ ਪਤਾ ਕਰੋ। ਠੀਕ ਹੈ। ਇੱਕ ਤਾਂ ਸਾਨੂੰ ਕੁੱਲ ਇਹ ਦੱਸਿਆ ਹੋਇਆ ਕਿ ਕੁੱਲ ਜਿਹੜੀ ਸਬਜ਼ੀ ਆ ਉਹ ਕਿੰਨੀ ਖਰੀਦੀ ਗਈ, ਉਹ 10 ਕਿਲੋਗ੍ਰਾਮ ਖਰੀਦੀ ਗਈ, ਜਿਹਦੇ ਵਿੱਚ ਜਿਹੜਾ ਸਾਡੇ ਕੋਲ ਉਹ 3 ਕਿਲੋਗ੍ਰਾਮ ਤੇ 500 ਗ੍ਰਾਮ ਪਿਆਜ਼ ਨੇ ਅਤੇ 2 ਕਿਲੋਗ੍ਰਾਮ 75 ਗ੍ਰਾਮ ਟਮਾਟਰ ਨੇ। ਬਾਕੀ ਜਿਹੜੇ ਨੇ ਉਹ ਆਲੂ ਨੇ। ਤਾਂ ਅਸੀਂ ਕੀ ਕਰਾਂਗੇ, ਇਹਦੇ ਵਿੱਚ ਪਿਆਜ਼ਾਂ ਅਤੇ ਟਮਾਟਰਾਂ ਦਾ ਜਿਹੜਾ ਭਾਰ ਹੈ ਉਹ ਅਸੀਂ ਜੋੜਾਂਗੇ, ਉਹਨਾਂ ਨੂੰ ਐਡ ਕਰਾਂਗੇ ਅਤੇ ਫਿਰ ਉਹਨੂੰ ਆਪਾਂ 10 ਕਿਲੋਗ੍ਰਾਮ ਦੇ ਵਿੱਚੋਂ ਘਟਾ ਦਿਆਂਗੇ ਤੇ ਸਾਡੇ ਕੋਲ ਬਾਕੀ ਜਿਹੜਾ ਹੈ ਉਹ ਆਲੂਆਂ ਦਾ ਵਜ਼ਨ ਸਾਨੂੰ ਪਤਾ ਚੱਲ ਜਾਏਗਾ। ਠੀਕ ਹੈ। तो ਇਹਨੂੰ ਕਰਦੇ ਹਾਂ ਆਪਾਂ ਹੱਲ। ਸਭ ਤੋਂ ਪਹਿਲਾਂ ਅਸੀਂ ਲਿਖਦੇ ਹਾਂ ਸਬਜ਼ੀ ਦਾ ਕੁੱਲ ਭਾਰ। ਹਾਂਜੀ, ਸਬਜ਼ੀ ਦਾ ਕੁੱਲ ਭਾਰ ਹੈ ਜੀ 10 ਕਿਲੋਗ੍ਰਾਮ। दस किलोग्राम ਨੂੰ ਅਸੀਂ ਲਿਖ ਸਕਦੇ ਹਾਂ 10.000 ਕਿਲੋਗ੍ਰਾਮ। ਠੀਕ ਹੈ। ਉਹਦੇ ਨਾਲ ਸਾਨੂੰ ਜਿਹੜਾ ਅੰਕਾਂ ਦਾ ਸਮੂਹ ਬਣੇਗਾ ਔਰ ਸਾਨੂੰ ਘਟਾਓ ਕਰਨੀ ਸੌਖੀ ਹੋ ਜਾਏਗੀ। ਠੀਕ ਹੈ। ਠੀਕ ਹੈ ਜੀ, ਇਹ ਸਾਡੇ ਕੋਲ ਸਬਜ਼ੀ ਦਾ ਕੁੱਲ ਭਾਰ ਹੈ। ਇਸ ਤੋਂ ਬਾਅਦ ਪਿਆਜ਼ਾਂ ਦਾ ਭਾਰ। ਹਾਂਜੀ, ਪਿਆਜ਼ ਖਰੀਦੇ ਗਏ ਨੇ 3 ਕਿਲੋਗ੍ਰਾਮ 500 ਗ੍ਰਾਮ। 500 ਗ੍ਰਾਮ ਤੋਂ ਸਭ ਤੋਂ ਪਹਿਲਾਂ ਅਸੀਂ ਗ੍ਰਾਮਾਂ ਨੂੰ ਕਿਲੋਗ੍ਰਾਮਾਂ ਦੇ ਵਿੱਚ ਬਦਲਾਂਗੇ। ਇਹ ਸਾਡੇ ਕੋਲ ਬਣ ਜਾਏਗਾ 3 ਜਮਾ ਹਾਂਜੀ 500 ਨੂੰ 1000 ਦੇ ਨਾਲ ਭਾਗ ਕਰਾਂਗੇ, ਇਹ ਵੀ ਸਾਡੇ ਕੋਲ ਕਿਲੋਗ੍ਰਾਮ ਬਣ ਜਾਏਗਾ। ਠੀਕ। तो ਸਾਡੇ ਕੋਲ ਜਿਹੜੀ ਸੰਖਿਆ ਹੈ ਉਹ ਬਣ ਜਾਂਦੀ ਹੈ 3 ਜਮਾ 500 ਨੂੰ 1000 ਨਾਲ ਭਾਗ ਕੀਤਾ ਹੈ, ਸਾਡੇ ਕੋਲ 0.500 ਬਣੇਗਾ। ਠੀਕ। मतलब कि ਜਿਹੜਾ ਪਿਆਜ਼ਾਂ ਦਾ ਭਾਰ ਹੈ ਉਹ ਸਾਡੇ ਕੋਲ ਹੋ ਗਿਆ 3.500 ਕਿਲੋਗ੍ਰਾਮ। ਠੀਕ। ਔਰ ਇਸ ਤੋਂ ਬਾਅਦ ਜਿਹੜਾ ਟਮਾਟਰਾਂ ਦਾ ਭਾਰ ਹੈ ਉਹ ਸਾਡੇ ਕੋਲ ਹੈ 2 ਕਿਲੋਗ੍ਰਾਮ 75 ਗ੍ਰਾਮ। ਸੋ ਆਪਾਂ ਲਿਖਦੇ ਹਾਂ ਟਮਾਟਰਾਂ ਦਾ ਭਾਰ ਜਾਂ ਟਮਾਟਰਾਂ ਦਾ ਵਜ਼ਨ
टमाटरां दा भार है जी 2 किलोग्राम 75 ग्राम। ठीक, तो 2 किलोग्राम 75 ग्राम ਇਹਨੂੰ ਵੀ ਆਪਾਂ ਪਹਿਲਾਂ ਕਿਲੋਗ੍ਰਾਮਾਂ 'ਚ ਬਦਲ ਲੈਂਦੇ ਆ। 75 ਨੂੰ ਕਿਲੋਗ੍ਰਾਮ 'ਚ ਬਦਲਣ ਵਾਸਤੇ ਸਾਨੂੰ 1000 ਦੇ ਨਾਲ ਇਹਨੂੰ ਭਾਗ ਕਰਨਾ ਪਏਗਾ। तो ये साडे कोल बनेगा 2 जमा हाँ जी 75 ਨੂੰ ਜਦੋਂ ਅਸੀਂ 1000 ਦੇ ਨਾਲ ਭਾਗ ਕਰਾਂਗੇ ਸਾਡੇ ਕੋਲ 0.075 ਬਣੇਗਾ। ठीक, ਕਿਉਂਕਿ ਦਸ਼ਮਲਵ ਤੋਂ ਬਾਅਦ ਸਾਡੇ ਕੋਲ ਉਨੇ ਹੀ ਅੰਕ ਹੋਣੇ ਚਾਹੀਦੇ ਨੇ ਜਿੰਨੇ ਸਾਡੇ ਕੋਲ ਹਰ ਦੇ ਵਿੱਚ ਇੱਕ ਦੇ ਨਾਲ ਜ਼ੀਰੋ ਨੇ। ਠੀਕ, तो ये ਸਾਡੇ ਕੋਲ ਬਣੇਗਾ 2.075 किलोग्राम। ठीक है, तो ਹੁਣ ਅਸੀਂ ਪਤਾ ਕਰਨਾ ਹੈ ਆਲੂਆਂ ਦਾ ਵਜ਼ਨ ਕਿ ਕੁੱਲ ਸਬਜ਼ੀ ਦੇ ਵਿੱਚ ਜਿਹੜਾ ਆਲੂਆਂ ਦਾ ਵਜ਼ਨ ਕਿੰਨਾ ਹੈ। ਉਹਦੇ ਲਈ ਅਸੀਂ ਕੀ ਕਰਨਾ ਹੈ, ਅਸੀਂ 10 ਕਿਲੋਗ੍ਰਾਮ ਦੇ ਵਿੱਚੋਂ ਪਿਆਜ਼ਾਂ ਅਤੇ ਟਮਾਟਰਾਂ ਦਾ ਜਿਹੜਾ ਭਾਰ ਹੈ ਉਹ ਘਟਾ ਦੇਵਾਂਗੇ। ਠੀਕ ਹੈ, ਸੋ ਹੁਣ ਅਸੀਂ ਇੱਥੇ ਲਿਖਾਂਗੇ ਪਿਆਜ਼ਾਂ ਅਤੇ ਟਮਾਟਰਾਂ ਦਾ ਕੁੱਲ ਭਾਰ। ਪਿਆਜ਼ਾਂ ਅਤੇ ਟਮਾਟਰਾਂ ਦਾ ਕੁੱਲ ਭਾਰ। ਠੀਕ ਹੈ, ਉਹਦੇ ਲਈ ਅਸੀਂ ਜਿਹੜਾ ਸਾਡੇ ਕੋਲ ਜੋ ਪਿਆਜ਼ਾਂ ਦਾ ਭਾਰ ਹੈ 3.500, ਇਹਦੇ ਵਿੱਚੋਂ ਅਸੀਂ ਜਿਹੜਾ ਜੋ ਸਾਡੇ ਕੋਲ ਪਿਆਜ਼ਾਂ ਦਾ ਭਾਰ ਹੈ 3.500, ਇਹਦੇ ਵਿੱਚ ਅਸੀਂ ਟਮਾਟਰਾਂ ਦਾ ਭਾਰ ਜਿਹੜਾ ਹੈ ਉਹ ਟਮਾਟਰਾਂ ਦਾ ਵਜ਼ਨ ਹੈ ਉਹ ਐਡ ਕਰ ਦੇਵਾਂਗੇ, ਜੋੜ ਦੇਵਾਂਗੇ। ਠੀਕ ਹੈ, तो जोड़न तो उपरंत साडे कोल की आएगा 5 ਦੇ ਵਿੱਚ 0 ਜੋੜਾਂਗੇ ਤਾਂ ਸਾਡੇ ਕੋਲ 5 ਬਣੇਗਾ। 7 ਦੇ ਵਿੱਚ 0 ਤਾਂ 7 ਹੀ ਆਏਗਾ। 5 ਦੇ ਵਿੱਚ 0 ਜੋੜੀਏ ਵੀ ਸਾਡੇ ਕੋਲ 5 ਹੀ ਰਹੇਗਾ ਔਰ 3 ਦੇ ਵਿੱਚ 2 ਜੋੜੀਏ ਹੀ ਸਾਡੇ ਕੋਲ 5 ਬਣਦਾ ਹੈ। ਠੀਕ ਹੈ, तो ਪਿਆਜ਼ਾਂ ਤੇ ਟਮਾਟਰਾਂ ਦਾ ਜਿਹੜਾ ਕੁੱਲ ਭਾਰ ਹੈ ਸਾਡੇ ਕੋਲ ਉਹ ਬਣ ਗਿਆ ਸਾਡੇ ਕੋਲ 5.575 ਕਿਲੋਗ੍ਰਾਮ। ਠੀਕ ਹੈ, तो ਕੁੱਲ ਸਬਜ਼ੀ ਜਿਹੜੀ ਸਾਡੇ ਕੋਲ ਸਬਜ਼ੀ ਦਾ ਕੁੱਲ ਭਾਰ ਸੀ ਉਹ 10 ਕਿਲੋਗ੍ਰਾਮ ਸੀ। 10 ਕਿਲੋਗ੍ਰਾਮ ਦੇ ਵਿੱਚੋਂ ਜਦੋਂ ਅਸੀਂ ਇਹ ਭਾਰ ਨੂੰ ਘਟਾਵਾਂਗੇ ਤਾਂ ਫਿਰ ਸਾਡੇ ਕੋਲ ਬਾਕੀ ਜਿਹੜਾ ਹੈ ਉਹ ਆਲੂਆਂ ਦਾ ਭਾਰ ਆਲੂਆਂ ਦਾ ਵਜ਼ਨ ਪ੍ਰਾਪਤ ਹੋ ਜਾਏਗਾ। ਠੀਕ ਹੈ, ਹੁਣ ਅਸੀਂ ਇੱਥੇ ਲਿਖਾਂਗੇ ਆਲੂਆਂ ਦਾ ਵਜ਼ਨ ਜਾਂ ਆਲੂਆਂ ਦਾ ਭਾਰ। ਹਾਂਜੀ 10 ਕਿਲੋਗ੍ਰਾਮ ਇਹਦੇ ਵਿੱਚੋਂ ਅਸੀਂ ਮਾਈਨਸ ਕੀ ਕਰਨਾ ਹੈ 5.575 किलोग्राम। ठीक, तो इसनों असी घटा लैने 10.3 सिफर साढ़े कोल इत्थे आउणगीਆਂ। इस तो बाद दशमलव के नीचे ही असी थल्ले ही दशमलव लगाना है तो 5.575। ठीक, तो सब तो पहला 0 चों 5 नहीं घटाए जा सकते तो सानू हांसल जिहड़ा वो लेना पेगा। हांसल असी इत्थों शुरू करांगे फिर। ठीक है, तो ये साडे कोल बन जाएगा 9 9 9 ते 10। ठीक है ना, इत्थों असी हांसल लवांगे अगे अगे जांदे साडे कोल बाकी सारे 9 बचणगे ते ये साडे कोल जिहड़ा 1000वां अंक है वो 10 बचेगा। 10 दे विचों 5 असी घटावांगे साडे कोल 5 आएगा। 9 दे विचों 7 घटावांगे साडे कोल 2 आएगा। 9 ਦੇ ਵਿੱਚੋਂ 5 ਘਟਾਵਾਂਗੇ ਸਾਡੇ ਕੋਲ 4 ਆਏਗਾ। 9 ਦੇ ਵਿੱਚੋਂ 5 ਘਟਾਵਾਂਗੇ ਸਾਡੇ ਕੋਲ 4 ਆਏਗਾ। ਸੋ ਇਸ ਤਰ੍ਹਾਂ ਸਾਡੇ ਕੋਲ ਜਿਹੜਾ ਘਟਾਓ ਕਰਨ ਤੋਂ ਬਾਅਦ ਸਾਡੇ ਕੋਲ ਜੋ ਸੰਖਿਆ ਆਉਂਦੀ ਹੈ 4.425 ਕਿਲੋਗ੍ਰਾਮ। ਠੀਕ ਹੈ, ਤੁਸੀਂ ਹੁਣ ਦੱਸ ਸਕਦੇ ਹਾਂ ਕਿ ਸਬਜ਼ੀ ਜਿਹੜੀ ਖਰੀਦੀ ਗਈ ਸੀ ਉਹਦੇ ਵਿੱਚ ਆਲੂਆਂ ਦਾ ਜਿਹੜਾ ਵਜ਼ਨ ਸੀ ਉਹ ਸਾਡੇ ਕੋਲ 4.425 किलोग्राम सी, ਜਾਂ ਅਸੀਂ ਇਹਨੂੰ ਕਹਿ ਸਕਦੇ ਹਾਂ 4 किलोग्राम 425 ग्राम। ठीक है, इस तरह ਆਲੂਆਂ ਦਾ ਵਜ਼ਨ चार किलोग्राम 425 ग्राम है। ठीक है विद्यार्थियों,
ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੀ ਕਲਾਸ ਦੇ ਵਿੱਚ ਜੋ ਅਸੀਂ ਡਿਸਕਸ ਕੀਤਾ ਹੈ, ਜੋ ਪੁਆਇੰਟ ਅਸੀਂ ਡਿਸਕਸ ਕੀਤੇ ਨੇ, ਜੋ ਸਵਾਲ ਅਸੀਂ ਹੱਲ ਕੀਤੇ ਨੇ, ਹਰ ਇੱਕ ਸਵਾਲ ਨੂੰ ਬਹੁਤ ਚੰਗੇ ਢੰਗ ਦੇ ਨਾਲ ਤੁਸੀਂ ਸਮਝਿਆ ਹੋਵੇਗਾ ਤੇ ਆਪਣੀ ਨੋਟਬੁੱਕ ਤੇ ਨੋਟ ਵੀ ਕੀਤਾ ਹੋਵੇਗਾ। ਠੀਕ ਹੈ ਵਿਦਿਆਰਥੀਓ, ਤੋਂ ਇਸ ਤੋਂ ਬਾਅਦ ਹੁਣ ਆਪਾਂ ਨੈਕਸਟ ਲੈਕਚਰ ਦੇ ਵਿੱਚ ਨੈਕਸਟ ਟੌਪਿਕ ਦੇ ਨਾਲ ਫਿਰ ਦੁਬਾਰਾ ਮਿਲਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।